प्यारे बच्चों अज आप 6वीं क्लास का अध्याय है 12वां अध्याय अपना अनुपात ਅਤੇ समानुपात। ਉਹਦੇ ਵਿੱਚ अपना ਜਿਹੜਾ टॉपिक है समानुपात का ਇਹਦੇ ਬਾਰੇ ਆਪਾਂ ਅੱਜ ਰੀਡ करना हैगा। इस तो पहला वाले लैक्चर ਦੇ ਵਿੱਚ ਤੁਸੀਂ अनुपात ਬਾਰੇ ਸਿੱਖਿਆ ਹੈ, ਇਸ ਨੂੰ ਆਪਾਂ ਥੋੜਾ ਬਹੁਤ ਰਿਵਾਈਜ਼ ਕਰਦੇ ਹਾਂ ਇੱਕ ਵਾਰ। ਅੱਜ ਆਪਾਂ ਜਿਹੜਾ ਅੱਜ ਦਾ ਜਿਹੜਾ ਆਪਣਾ ਇਹ ਲੈਕਚਰ ਹੈਗਾ ਇਹ समानुपात यानी ਪ੍ਰੋਪੋਰਸ਼ਨ ਦੇ ਉੱਪਰ ਹੈਗਾ। ਆਪਾਂ ਇਸ ਕਨਸੈਪਟ ਦੇ ਬਾਰੇ ਅੱਜ ਸਿੱਖਾਂਗੇ। 6ਵੀਂ क्लास ਦੇ ਵਿੱਚ ਅਧਿਆਇ 12 ਦੇ ਵਿੱਚ ਇਹ ਸਾਡੇ ਕੋਲ ਕਨਸੈਪਟ ਹੈ। ਇਸ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ अनुपात ਬਾਰੇ ਰਿਵਾਈਜ਼ ਕਰਵਾ ਦਿੰਦਾ ਹੈਗਾ, ਰਿਵੀਜ਼ਨ ਹੋ ਜੂਗੀ ਆਪਣੀ। ਤਾਂ अनुपात ਬਾਰੇ ਆਪਾਂ ਪਹਿਲਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਤੁਸੀਂ अनुपात ਬਾਰੇ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਸੀ। ਜਦੋਂ ਅਸੀਂ ਦੋ ਰਾਸ਼ੀਆਂ ਦੀ ਤੁਲਨਾ ਕਰਦੇ ਹਾਂ, ਜਦੋਂ ਅਸੀਂ ਦੋ ਰਾਸ਼ੀਆਂ ਦੀ ਤੁਲਨਾ ਕਰਦੇ ਹਾਂ ਤਾਂ ਉਸ ਨੂੰ ਅਸੀਂ अनुपात ਕਹਿ ਦਿੰਦੇ ਹਾਂ। ਮੰਨ ਲਓ ਇੱਕ ਸਾਡੇ ਕੋਲੇ ਰਾਸ਼ੀ 4 ਹੈ ਅਤੇ ਦੂਸਰੀ ਹੈ 8। ਅਸੀਂ ਇਹਨਾਂ ਨੂੰ ਤੁਲਨਾ ਕਰਨੀ ਹੈ, मतलब देखना हैगा ਤਾਂ ਅਸੀਂ ਇਹਨਾਂ ਨੂੰ ਭਾਗ ਕਰਾਂਗੇ, ਬਟੇ ਕਰਾਂਗੇ। 4/8 ਜਦੋਂ ਅਸੀਂ ਕਰਦੇ ਹਾਂ 4 एकम 4 ही कट्टिया गया, 4 दूनी 8, ये फिर कैंसिल हो गया 1/2। ਜਾਂ ਅਸੀਂ ਇਹ ਕਹਿ ਸਕਦੇ ਹਾਂ 4 ਨੂੰ ਅਸੀਂ ਲਿਖ ਸਕਦੇ ਹਾਂ 4 गुणा 1 और 8 ਨੂੰ ਅਸੀਂ ਲਿਖ ਸਕਦੇ ਹਾਂ 4 गुणा 2। ਤਾਂ 4 ਨਾਲ 4 ਹੀ ਕੈਂਸਿਲ ਹੋ ਗਿਆ, ਇਹ ਆ ਗਿਆ 1/2। ਤਾਂ ਅਸੀਂ ਕਹਿ ਸਕਦੇ ਹਾਂ भी 4 ਤੇ 8 ਦਾ ਜਿਹੜਾ ਅਨੁਪਾਤ ਹੈ ਉਹ 1/2 ਯਾਨੀ 1:2 ਹੈ। 4 ਅਤੇ 8 ਦੀ ਅਸੀਂ ਤੁਲਨਾ ਕੀਤੀ, ਉਸ ਦਾ ਅਨੁਪਾਤ ਸਾਡੇ ਕੋਲ ਕਿੰਨਾ ਆਇਆ 1:2। ਜਿਹੜਾ ਇਹ ਦੋ ਸਾਈਨ ਹੈ ਸਾਡੇ ਕੋਲੇ 1 ਤੇ 2 ਦੇ ਵਿਚਾਲੇ ਲੱਗਿਆ ਹੋਇਆ ਹੈ, ਇਹ ਸਾਡਾ ਜਿਹੜਾ ਸਾਈਨ ਹੈ ਇਹ ਕਿਸ ਦਾ ਸਾਈਨ ਹੈ, ਕਿਸ ਦਾ ਨਿਸ਼ਾਨ ਹੈ, ਅਨੁਪਾਤ ਦਾ। ਇਸ ਨੂੰ ਅਸੀਂ ਕੀ ਪੜਾਂਗੇ, ਅਸੀਂ ਪੜਾਂਗੇ ਇਸ ਨੂੰ 1:2। ਹੁਣ ਇਸੇ ਤਰ੍ਹਾਂ ਕੋਈ ਹੋਰ ਜੇ ਅਸੀਂ ਅਨੁਪਾਤ ਲੈਣੇ ਆ, ਮੰਨ ਲਓ ਅਸੀਂ ਹੁਣ 3 ਅਤੇ 6 ਦੀ ਤੁਲਨਾ ਕਰਦੇ ਹਾਂ, 3 ਅਤੇ 6 ਦੀ ਤੁਲਨਾ ਕਰਦੇ ਹਾਂ ਤਾਂ ਉਹ ਕਿੰਨਾ ਆਏਗਾ, ਉਸ ਨੂੰ ਅਸੀਂ ਵੰਡਦੇ ਹਾਂ 3/6 ਯਾਨੀ 3 ਗੁਣਾ 1। 6 ਨੂੰ ਅਸੀਂ ਲਿਖ ਸਕਦੇ ਹਾਂ 3 ਗੁਣਾ 2। 3 ਨਾਲ 3 ਸਾਡਾ ਕੈਂਸਲ ਹੋ ਗਿਆ, ਕਿੰਨਾ ਆ ਗਿਆ 1/2 ਯਾਨੀ 1:2। ਅਸੀਂ ਅਨੁਪਾਤ ਤੋਂ ਪਤਾ ਕਰ ਸਕਦੇ ਹਾਂ, ਦੇਖੋ 4 ਅਤੇ 8 ਦਾ ਅਨੁਪਾਤ ਸਾਡੇ ਕੋਲ 1:2 ਆਇਆ। 4 ਅਤੇ 8 ਦਾ ਜਿਹੜਾ ਅਨੁਪਾਤ ਹੈ ਉਹ ਕਿੰਨਾ ਹੈ 1:2। ਇਹਨੂੰ 4:8 ਵੀ ਪੜ ਸਕਦੇ ਹਾਂ 1:2। ਯਾਨੀ ਅਸੀਂ ਕਹਿ ਸਕਦੇ ਹਾਂ ਕਿ ਪਹਿਲੀ ਰਾਸ਼ੀ ਹੈ ਸਾਡੀ ਦੂਸਰੀ ਦੀ ਅੱਧੀ ਹੈ। 1/2 ਆਇਆ ਨਾ ਸਾਡੇ ਕੋਲ, ਅਸੀਂ ਕਹਿ ਸਕਦੇ ਹਾਂ 4 ਹੈ ਉਹ 8 ਦਾ ਅੱਧਾ ਹੈ। ਜਾਂ ਉਲਟਾ ਵੀ ਕਹਿ ਸਕਦੇ ਹਾਂ ਵੀ ਜਿਹੜਾ 8 ਹੈ ਉਹ 4 ਦਾ ਕੀ ਹੈ 2 ਗੁਣਾ ਹੈ, ਦੁੱਗਣਾ ਹੈ। मतलब ਅਸੀਂ ਅਨੁਪਾਤ ਤੋਂ ਪਤਾ ਕਰ ਸਕਦੇ ਹਾਂ 1:2 ਸੀ ਸਾਡਾ ਵੀ ਪਹਿਲੀ ਰਾਸ਼ੀ ਹੈ ਜਿਹੜੀ ਦੂਸਰੀ ਦੀ ਅੱਧੀ ਹੈ ਔਰ ਦੂਸਰੀ ਰਾਸ਼ੀ ਪਹਿਲੀ ਦੀ ਕੀ ਹੈ 2 ਗੁਣਾ ਹੈ। ਇਸ ਤਰ੍ਹਾਂ ਸਾਡੇ ਕੋਲੇ ਅਨੁਪਾਤ ਨੂੰ ਅਸੀਂ ਪੜਿਆ ਹੋਇਆ, ਪਿਛਲੇ ਚੈਪਟਰ ਦੇ ਵਿੱਚ ਅਸੀਂ ਅਨੁਪਾਤ ਬਾਰੇ ਪੜਿਆ ਸੀ, ਸੌਰੀ ਪਿਛਲੇ ਲੈਕਚਰ ਦੇ ਵਿੱਚ ਅਸੀਂ ਅਨੁਪਾਤ ਬਾਰੇ ਪੜਿਆ ਸੀ। ਅੱਜ ਅਸੀਂ ਗੱਲ ਕਰਨੀ ਹੈ ਸਮਾਨ ਅਨੁਪਾਤ ਦੀ। ਸਮਾਨ ਅਨੁਪਾਤ ਕੀ ਹੁੰਦਾ ਹੈ, ਤੁਸੀਂ ਧਿਆਨ ਨਾਲ ਦੇਖੋ ਬੇਟਾ। ਜਿਹੜੇ ਸਾਡੇ ਕੋਲੇ ਦੋ ਰਾਹ ਪਹਿਲਾਂ ਸੀ 4 ਤੇ 8, ਇਸ ਨੂੰ ਅਸੀਂ 4:8 ਵੀ ਲਿਖ ਸਕਦੇ ਸੀ। ਪਹਿਲੇ ਅਨੁਪਾਤ ਨੂੰ ਅਸੀਂ 4:8 ਵੀ ਲਿਖ ਸਕਦੇ, ਪਰ ਅਸੀਂ ਇਹਨੂੰ ਕੱਟ ਕੇ ਲਿਖਿਆ 1/2 ਆ ਗਿਆ, ਯਾਨੀ ਸ਼ਾਰਟ ਕਰਕੇ ਇਸ ਨੂੰ 1:2 ਅਸੀਂ 2 ਵੀ ਲਿਖ ਸਕਦੇ ਹਾਂ। ਇਸੇ ਤਰ੍ਹਾਂ 3 ਤੇ 6 ਦਾ ਜਿਹੜਾ ਅਨੁਪਾਤ ਸੀ ਸਾਡਾ 3:6, ਉਸ ਨੂੰ ਅਸੀਂ 1:2 ਵੀ ਲਿਖ ਸਕਦੇ ਹਾਂ ਸ਼ਾਰਟ ਫਾਰਮ ਦੇ ਵਿੱਚ। ਇਹਨੂੰ ਅਸੀਂ ਛੋਟਾ ਕਰਕੇ ਲਿਖਾਂਗੇ, ਕੈਂਸਲ ਕਰਕੇ ਲਿਖਾਂਗੇ ਤਾਂ 3:6 ਤੇ 1:2 ਇੱਕੋ ਹੀ ਗੱਲ ਹੈ। ਹੁਣ ਸਾਡੇ ਕੋਲ ਦੋ ਅਨੁਪਾਤ ਸੀਗੇ 4:8 ਔਰ 3:6। ਅਸੀਂ ਦੇਖਿਆ ਵੀ ਜਿਹੜਾ ਸਾਡਾ 4:8 ਹੈ ਯਾਨੀ 4/8 ਹੈ, ਜਿਹੜਾ ਯਾਨੀ 4:8 ਹੈ ਜਿਹੜਾ 4/8 ਉਹ ਕਿਸ ਦੇ ਬਰਾਬਰ ਆਇਆ ਸੀ 1/2 ਦੇ। ਇਸੇ ਤਰ੍ਹਾਂ ਜਿਹੜਾ ਸਾਡਾ 3:6 ਸੀ मतलब 3/8 ਉਹ ਕਿਸ ਦੇ ਬਰਾਬਰ ਆਇਆ 1/2 ਦੇ। पहला अनुपात साडा जिहड़ा 4/8 सी 4:8 सी और दूसरा साडा 3:8 जिहड़ा 6 सी, दूसरा अनुपात साडा जिहड़ा 3:6 सी वो भी 1/2 दे बराबर है। ये दोनों अनुपात 4:8 और 3:6 ये दोनों 1/2 दे बराबर आए। जदों दो अनुपात आपस दे विच बराबर होण, मान लो पहला अनुपात साडा 4:8 सी, दूसरा 3:6 सी। जो ये दोनों बराबर हो गए, क्योंकि ये वैल्यू भी 1/2 है और ये वैल्यू भी कितनी है 1/2 है, दोनों की आपस में बराबर।
ਜਦੋਂ ਦੋ ਅਨੁਪਾਤ ਆਪਸ ਦੇ ਵਿੱਚ ਬਰਾਬਰ ਹੁੰਦੇ ਆ ਬਿਲਕੁਲ, ਤਾਂ ਅਸੀਂ ਉਸ ਨੂੰ ਕਹਿ ਦਿੰਦੇ ਆ ਸਮਾਨ ਅਨੁਪਾਤ। ਸਮਾਨ ਦਾ ਮਤਲਬ ਕੀ ਹੁੰਦਾ? ਬਰਾਬਰ। ਅਨੁਪਾਤ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਜਦੋਂ ਦੋ ਅਨੁਪਾਤ ਬਰਾਬਰ ਹੋਣਗੇ ਤਾਂ ਅਸੀਂ ਉਸ ਨੂੰ ਕੀ ਕਹਿ ਦਿੰਦੇ ਆ? ਸਮਾਨ ਅਨੁਪਾਤ। ਔਰ ਜਿਹੜਾ ਸਮਾਨ ਅਨੁਪਾਤ ਦਾ ਸਾਈਨ ਹੈ ਉਹ ਇਸ ਤਰੀਕੇ ਨਾਲ ਹੈ, ਚਾਰ ਆਪਾਂ ਡਾਟ ਲਾਉਣੇ। ਜਿਵੇਂ ਅਨੁਪਾਤ ਦੇ ਵਿੱਚ ਦੋ ਡਾਟ ਲੱਗਦੇ ਆ, ਸਮਾਨ ਅਨੁਪਾਤ ਦੇ ਵਿੱਚ ਚਾਰ ਲੱਗਦੇ। ਤਾਂ ਇਸ ਨੂੰ ਅਸੀਂ ਪੜਾਂਗੇ 4:8, ਸਮਾਨ ਅਨੁਪਾਤ ਹੈ 3:6। ਮਤਲਬ ਇਹ ਦੋਨੋਂ ਅਨੁਪਾਤ ਆਪਸ ਦੇ ਵਿੱਚ ਬਰਾਬਰ। ਜਿਹੜਾ ਸਾਡੇ ਕੋਲ ਵਿਚਾਲੇ ਸਾਈਨ ਲੱਗਿਆ ਹੋਇਆ ਹੈ, ਇਹ ਸਾਡਾ ਜਿਹੜਾ ਸਾਈਨ ਹੈ ਇਹ ਸਮਾਨ ਅਨੁਪਾਤ ਦਾ ਹੈ। ਸਮਾਨ ਅਨੁਪਾਤ ਕਦੋਂ ਹੁੰਦਾ? ਹੁਣ ਆਪਾਂ ਨੂੰ ਪਤਾ ਲੱਗ ਗਿਆ, ਜੇਕਰ ਦੋ ਅਨੁਪਾਤ ਸਮਾਨ ਹੋਣ ਤਾਂ ਉਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਸਮਾਨ ਅਨੁਪਾਤ। ਠੀਕ ਹੈ ਬੇਟਾ, ਪਤਾ ਲੱਗ ਗਿਆ। ਦੇਖੋ ਦੋ ਅਨੁਪਾਤਾਂ ਦੀ ਜਦੋਂ ਅਸੀਂ ਤੁਲਨਾ ਕਰਦੇ ਹਾਂ, ਪਹਿਲਾ ਸਾਡੇ ਕੋਲ ਅਨੁਪਾਤ ਸੀ 4:8, ਦੂਸਰਾ 3:6 ਸੀ। ਅਸੀਂ ਉਹਨਾਂ ਦੀ ਤੁਲਨਾ ਕੀਤੀ। ਦੇਖੋ ਅਸੀਂ ਇਹਦੀ ਵੈਲਿਊ ਕੱਢੀ ਪਹਿਲਾਂ, ਉਹ 1:2 ਆ ਗਈ, ਯਾਨੀ 1/2 ਸ਼ਾਰਟ ਕਰਕੇ ਲਿਖੀ, ਆਪਾਂ ਛੋਟਾ ਕਰਕੇ ਲਿਖਿਆ ਉਹਨੂੰ। ਇਸੇ ਤਰ੍ਹਾਂ ਅਸੀਂ 3:6 ਨੂੰ ਦੇਖਿਆ, ਉਹ ਸਾਡੇ ਕੋਲੇ ਕਿੰਨਾ ਆ ਗਿਆ? 1/2 ਆ ਗਿਆ, ਉਹ ਬਰਾਬਰ ਆ ਗਿਆ। दोनों अनुपात 1/2 के बराबर आ गए, मतलब 4:8 और 3:6 दोनों अनुपात आपस ਦੇ ਵਿੱਚ बराबर है। ਜਿਹੜੇ अनुपात बराबर ਹੁੰਦੇ ਹੈ ਅਸੀਂ ਉਹਨਾਂ ਦੋਨਾਂ अनुपातां ਨੂੰ ਕੀ ਕਹਿੰਦੇ हैं? दोनों अनुपात की है? समान अनुपात है। और समान अनुपात ਦਾ ਜਿਹੜਾ ਸਾਈਨ ਹੈ ਉਹ ਇਸ ਤਰੀਕੇ ਨਾਲ ਲੱਗਦਾ ਹੈ, ਜਿਵੇਂ ਇਸ ਦੇ ਵਿੱਚ 2 ਡਾਟ ਲੱਗਦੇ ਆ, ਉਸ ਦੇ ਵਿੱਚ 4 ਡਾਟ ਲੱਗਦੇ ਆ। ਤੇ ਧਿਆਨ ਰੱਖਣਾ ਹੈ, ਜੇਕਰ ਦੋ अनुपात समान ਹੋਣਗੇ ਤਾਂ ਉਹ ਸਮਾਨ ਅਨੁਪਾਤ ਹੋਣਗੇ। ਹੁਣ ਇਸ ਦੇ ਨਾਲ ਹੀ ਕੁਝ ਆਪਾਂ ਉਦਾਹਰਨਾਂ ਕਰਦੇ, ਤੁਹਾਨੂੰ ਸਮਝ ਆਏਗੀ। ਹੁਣੇ ਜਿਹੜੀ ਅਸੀਂ ਬੇਟਾ ਉਦਾਹਰਨ ਪੜ੍ਹੀ ਸੀ, ਉਸ ਤੋਂ ਇੱਕ ਗੱਲ ਇਹ ਕਲੀਅਰ ਹੋ ਗਈ ਸਮਾਨ ਅਨੁਪਾਤ ਬਾਰੇ। ਜੇਕਰ ਦੋ ਅਨੁਪਾਤ ਇੱਕ ਸਮਾਨ ਹਨ ਤਾਂ ਇਹ ਸਮਾਨ ਅਨੁਪਾਤ ਵਿੱਚ ਹਨ। ਹੁਣੇ ਅਸੀਂ ਪੜ੍ਹਿਆ ਸੀ 4:8 और 3:6 ਇਹ ਦੋਨੋਂ ਸਮਾਨ ਅਨੁਪਾਤ ਵਿੱਚ ਸਨ, ਦੋਨਾਂ ਦੀ ਵੈਲਿਊ 1/2 ਆਈ ਸੀ। ਹੁਣ ਅਸੀਂ ਮੰਨ ਲੈਂਦੇ ਹਾਂ, ਦੇਖੋ ਦੋ ਅਨੁਪਾਤ, ਪਹਿਲਾ ਅਨੁਪਾਤ ਸੀ ਆਪਣੇ ਕੋਲੇ 4/8, 4:8 ਨੂੰ ਅਸੀਂ ਲਿਖ ਸਕਦੇ 4/8। ਦੂਸਰਾ ਸਮਾਨ ਅਨੁਪਾਤ ਦਾ ਮਤਲਬ ਇਹ ਬਰਾਬਰ ਹੈ ਕਿਸਦੇ? 3:6 ਦੇ, ਮਤਲਬ 3/6। ਅਸੀਂ 4 ਤੇ 6 ਦੀ ਜੇ ਮਲਟੀਪਲਾਈ ਕਰਦੇ हैं और इधरों ਅਸੀਂ ਕਰਦੇ हैं 8 ਤੇ 3 ਦੀ, ਇਹ ਬਰਾਬਰ ਹੋਏਗੀ 6 चौका 24 और 8 दिया 24। पहला अनुपात सी साडा 4/8, दूसरा अनुपात सी साडा 3/6। दोनों समान अनुपात में से बराबर रखा, क्रॉस मल्टीप्लाई करती, तिरछी गुणा जिन्हों ਅਸੀਂ ਕਹਿੰਦੇ 4 ਦੀ ਗੁਣਾ 6 ਨਾਲ, 8 ਦੀ ਗੁਣਾ 3 ਨਾਲ, ਇਹ ਦੋਨੋਂ ਕੀ ਆ ਗਏ? ਬਰਾਬਰ। ਤਾਂ ਇੱਥੋਂ ਅਸੀਂ ਧਿਆਨ ਨਾਲ ਦੇਖੋ, ਜਿਹੜਾ ਸਾਡੇ ਕੋਲੇ ਸਮਾਨ ਅਨੁਪਾਤ ਹੁੰਦਾ ਹੈ ਉਸ ਦੇ ਵਿੱਚ ਸਾਡੇ ਕੋਲੇ 4 ਰਾਸ਼ੀਆਂ ਹੁੰਦੀਆਂ। पहले अनुपात ਦੀਆਂ 2 ਰਾਸ਼ੀਆਂ, ਪਹਿਲੀ और दूसरी होगी। दूसरे अनुपात ਦੀਆਂ भी 2 ਰਾਸ਼ੀਆਂ ਸਾਡੇ ਕੋਲ ਹੈਗੇ, ਇਹਨੂੰ ਅਸੀਂ ਕਹਿੰਦੇ ਤੀਸਰੀ और चौथी। ਜਦੋਂ 4 ਰਾਸ਼ੀਆਂ ਸਮਾਨ ਅਨੁਪਾਤ ਦੇ ਵਿੱਚ ਹੁੰਦੀਆਂ, ਪਹਿਲੀ, दूसरी, तीसरी और चौथी, ਤਾਂ ਉਸ ਤੋਂ ਇੱਕ ਗੱਲ ਸਾਹਮਣੇ ਆਈ ਸਾਡੇ 4 ਤੇ 6 ਦੀ ਗੁਣਾ ਦੇਖੋ 24 ਹੈ। 4 मतलब चौथी, 4 थोड़ी पहली राशि थी साडे कोले, 6 केड़ी साडे कोले? लास्ट वाली, मतलब पहली और अंत वाली, यानी 4 और 6 की जी गुणा होगी है 24 है। उस तो बाद जो दो विचकारलियां मध्य विच राशियां 8 और 3, इन्हां दी गुणा भी की है आपस दे विच 8 या 24 बराबर। तो इत्थों एक गल ध्यान दे विच रखना है, जो 4 राशियां समान अनुपात दे विच हुंदे हैं तो जिहड़े अंत वाले सी, अंत पदां दा गुणनफल बराबर हुंदा है मध्य पदां दा गुणनफल। जेकर 4 राशियां साडे कोल
ਸਮਾਨ ਅਨੁਪਾਤ ਦੇ ਵਿੱਚ ਹਨ ਤਾਂ ਇਹ ਗੱਲ ਧਿਆਨ ਰੱਖਣੀ ਹੈ। ਅੰਤ ਪਦਾਂ ਦਾ ਗੁਣਨਫਲ ਲਾਸਟ ਵਾਲੀਆਂ ਜਿਹੜੀਆਂ ਦੋ ਸੰਖਿਆਵਾਂ ਹੈ ਅੰਤ ਦੇ ਉੱਪਰ ਹੈ, ਮਤਲਬ ਕਿਨਾਰਿਆਂ ਦੇ ਉੱਪਰ ਹੈ, ਉਹਨਾਂ ਦੀ ਗੁਣਾ ਔਰ ਜਿਹੜੀਆਂ ਦੋ ਵਿਚਕਾਰਲੀ ਸਾਈਡ ਹੈ ਮੱਧ ਦੇ ਵਿੱਚ ਹੈ ਉਹਨਾਂ ਦੀ ਗੁਣਾ ਆਪਸ ਦੇ ਵਿੱਚ ਕੀ ਹੁੰਦੀ ਹੈ, ਬਰਾਬਰ ਹੁੰਦੀ ਹੈ। ਜੇਕਰ ਹੁਣ ਆਪਾਂ ਨੂੰ ਪੁੱਛਿਆ ਜਾਵੇ, ਆਪਾਂ ਨੂੰ ਕੋਈ ਕੁਐਸਚਨ ਆਉਂਦਾ ਹੈ, ਚਾਰ ਸਾਨੂੰ ਰਾਸ਼ੀਆਂ ਦਿੱਤੀਆਂ ਹੋਈਆਂ ਜਾਂ ਦੋ ਅਨੁਪਾਤ ਦਿੱਤੇ ਹੋਏ, ਇੱਕ ਅਨੁਪਾਤ ਦੇ ਵਿੱਚ ਦੋ ਰਾਸ਼ੀਆਂ ਹੁੰਦੀਆਂ, ਜਾਂ ਸਾਨੂੰ ਚਾਰ ਰਾਸ਼ੀਆਂ ਦਿੱਤੀਆਂ ਹੋਣ ਅਲੱਗ-ਅਲੱਗ, ਜਾਂ ਸਾਨੂੰ ਦੋ ਅਨੁਪਾਤ ਦਿੱਤੇ ਹੋਣ, ਸਾਨੂੰ ਪੁੱਛਿਆ ਜਾਵੇ ਦੱਸੋ ਵੀ ਇਹ ਸਮਾਨ ਅਨੁਪਾਤ ਦੇ ਵਿੱਚ ਹਨ ਜਾਂ ਨਹੀਂ ਹਨ, ਤਾਂ ਅਸੀਂ ਇਹ ਚੀਜ਼ ਚੈੱਕ ਕਰਨੀ ਹੈ ਵੀ ਅੰਤ ਵਾਲੇ ਪਦਾਂ ਦੀ ਗੁਣਾ ਔਰ ਮੱਧ ਪਦਾਂ ਵਾਲੀ ਦੀ ਗੁਣਾ ਆਪਸ ਦੇ ਵਿੱਚ ਜੇ ਬਰਾਬਰ ਹੈ ਤਾਂ ਉਹ ਚਾਰੋਂ ਰਾਸ਼ੀਆਂ ਜਾਂ ਦੋ ਅਨੁਪਾਤ ਹੈ ਜਿਹੜੇ ਉਹ ਸਮਾਨ ਅਨੁਪਾਤ ਦੇ ਵਿੱਚ ਹੋਣਗੇ। ਇੱਕ ਆਪਾਂ ਇੱਥੇ ਛੋਟੀ ਜਿਹੀ ਐਗਜ਼ਾਮਪਲ ਕਰ ਲੈਂਦੇ ਹਾਂ, ਐਗਜ਼ਾਮਪਲ ਨਾਲ ਆਪਾਂ ਨੂੰ ਸਮਝ ਆ ਜਾਊ ਵੀ ਇਹ ਇਸ ਜਿਹੜਾ ਆਪਣਾ ਰੂਲ ਬਣਾਇਆ ਆਪਾਂ ਹੁਣੀ ਆਪਾਂ ਇਸ ਰੂਲ ਬਾਰੇ ਪੜ੍ਹਿਆ ਇਹ ਕੰਮ ਕਿਵੇਂ ਕਰਦਾ ਹੈ, ਇਸ ਦੇ ਨਾਲ ਕੁਐਸਚਨ ਨੂੰ ਕਿਵੇਂ ਕੀਤਾ ਜਾਂਦਾ ਹੈ। ਇੱਕ ਆਪਾਂ ਐਗਜ਼ਾਮਪਲ ਲੈਂਦੇ ਹਾਂ ਛੋਟੀ ਜਿਹੀ, ਮੈਂ ਇੱਥੇ ਨੋਟ ਕਰਦਾ ਐਗਜ਼ਾਮਪਲ, ਤਾਂ ਉਸ ਤੋਂ ਆਪਾਂ ਕੁਐਸਚਨ ਕਰਦੇ ਹਾਂ। एग्जाम्पल है देखो कि 25 अनुपात 30 ਅਤੇ 40 अनुपात 48 समान अनुपात ਵਿੱਚ ਹਨ। ਸਾਨੂੰ ਕੁਐਸਚਨ ਹੈ ਸਾਡੇ ਕੋਲ, ਸਾਨੂੰ पूछा गया क्वेश्चन की है कि 25 अनुपात 30 और 40 अनुपात 48 समान अनुपात ਵਿੱਚ ਹਨ। ਸਾਡੇ ਕੋਲੇ ਦੋ ਅਨੁਪਾਤ ਦਿੱਤੇ ਹੋਏ ਹੈ। ਦੇਖੋ ਪਹਿਲਾ ਅਨੁਪਾਤ ਹੈ ਜਿਹੜਾ ਸਾਡੇ ਕੋਲੇ ਆਹ ਵਾਲਾ ਹੈ, ਦੂਸਰਾ ਸਾਡੇ ਕੋਲੇ ਆਹ ਵਾਲਾ। ਸਾਨੂੰ ਪੁੱਛਿਆ ਗਿਆ ਹੈ ਵੀ ਸਮਾਨ ਅਨੁਪਾਤ ਹੈ ਦੋਨੋਂ, ਅਸੀਂ ਚੈੱਕ ਕਰਨਾ ਹੈ। ਅਸੀਂ ਹੁਣੇ ਇਸ ਤੋਂ ਪਹਿਲਾਂ ਇੱਕ ਜਨਰਲ ਰੂਲ ਪੜਿਆ, ਉਹ ਰੂਲ ਕੀ ਕਹਿੰਦਾ ਹੈ ਵੀ ਜਦੋਂ ਚਾਰ ਰਾਸ਼ੀਆਂ ਜਾਂ ਦੋ ਅਨੁਪਾਤ ਸਮਾਨ ਅਨੁਪਾਤ ਵਿੱਚ ਹੁੰਦੇ ਆ ਤਾਂ ਅੰਤ ਪਦਾਂ ਦਾ ਗੁਣਨਫਲ ਅਤੇ ਮੱਧ ਪਦਾਂ ਦਾ ਗੁਣਨਫਲ ਬਰਾਬਰ ਹੁੰਦਾ ਹੈ। ਹੁਣ ਇੱਥੇ ਦੇਖੋ ਸਾਡੇ ਕੋਲ ਚਾਰ ਰਾਸ਼ੀਆਂ, ਪਹਿਲੀ ਹੈ, ਆ ਦੂਸਰੀ ਹੈ, ਆ ਤੀਸਰੀ ਹੈ, ਔਰ ਕੀ ਹੈ, ਚੌਥੀ ਹੈ। ਅਸੀਂ ਇਹਨਾਂ ਨੂੰ ਚੈੱਕ ਕਰਨਾ ਹੈ ਵੀ ਇਹ ਸਮਾਨ ਅਨੁਪਾਤ ਦੇ ਵਿੱਚ ਹੈਗੀਆਂ ਜਾਂ ਨਹੀਂ ਹੈਗੀਆਂ। ਤਾਂ ਅਸੀਂ ਕੀ ਕਰਾਂਗੇ, ਅਸੀਂ ਕੀ ਕਰਨਾ ਹੈ, ਪਹਿਲਾਂ ਪਹਿਲੇ ਦੀ ਔਰ ਲਾਸਟ ਵਾਲੇ ਦੀ ਗੁਣਾ ਕਰਨੀ ਹੈ। ਅੰਤ ਪਦਾਂ ਦੀ ਗੁਣਾ ਕਰ ਰਹੇ ਹਾਂ ਅਸੀਂ, ਅੰਤ ਪਦਾਂ ਦਾ ਗੁਣਨਫਲ। ਪਹਿਲਾਂ ਸਭ ਤੋਂ ਪਹਿਲਾਂ ਅਸੀਂ ਇਹ ਪਤਾ ਕਰਨਾ ਹੈ ਵੀ ਇਹਦੀ ਵੈਲਿਊ ਕਿੰਨੀ ਆਊਗੀ। ਅਸੀਂ 25 ਦੀ ਔਰ 48 ਦੀ ਗੁਣਾ ਕਰ ਦੇਣੀ, 25 ਦੀ ਔਰ 48 ਦੀ ਅਸੀਂ ਕੀ ਕਰ ਦੇਣੀ ਹੈ, ਗੁਣਾ ਕਰ ਦੇਣੀ ਹੈ। ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਵਿਚਕਾਰਲੇ ਪਦਾਂ ਦੀ ਗੁਣਾ ਕਰਨੀ ਹੈ। ਪਹਿਲਾਂ ਅਸੀਂ ਅੰਤ ਪਦਾਂ ਦੀ ਗੁਣਾ ਕਰਨੀ ਹੈ, ਫਿਰ ਅਸੀਂ ਵਿਚਕਾਰਲੇ ਜਿਹੜੇ ਮੱਧ ਪਦ ਹਨ ਮੱਧ ਪਦਾਂ ਦਾ ਗੁਣਨਫਲ ਕਰਨਾ। ਉਹ ਕਿਹੜੇ ਕਿਹੜੇ ਸੀ, 30 ਔਰ 40। ਜੇ ਦੋਨੋਂ ਗੁਣਨਫਲ ਬਰਾਬਰ ਆਉਂਦੇ ਹਨ, ਜੇ ਦੋਨੋਂ ਗੁਣਨਫਲ ਕੀ ਆਉਂਦੇ ਆ, ਬਰਾਬਰ ਆਉਂਦੇ ਹਨ, ਤਾਂ ਅਸੀਂ ਕਹਿ ਦਾਂਗੇ ਵੀ ਜਿਹੜੇ ਦੋਨੋਂ ਅਨੁਪਾਤ ਆ ਉਹ ਸਮਾਨ ਅਨੁਪਾਤ ਦੇ ਵਿੱਚ ਹਨ। ਤਾਂ ਹੁਣ ਅਸੀਂ ਪਹਿਲਾਂ ਗੁਣਾ ਕਰਕੇ ਦੇਖਦੇ ਹਾਂ 25 ਔਰ 48 ਸੀ, ਰਫ ਕੰਮ ਹੈ, ਇੱਧਰਲੀ ਸਾਈਡ ਕਰਕੇ ਦੇਖਦੇ ਹਾਂ। 25 ਔਰ 48 ਦੀ ਅਸੀਂ ਗੁਣਾ ਕਰਨੀ ਹੈ, 8 5 40, 4 ਸਾਡੇ ਕੋਲੇ ਹੱਸਲ ਆ ਗਏ, 8 दूनी 16, 16 ਤੇ 4 20, फिर 4 5 20 और 4 दूनी 8 ਤੇ 2 ਸਾਡੇ ਕੋਲੇ ਹੱਸਲ ਆਈ ਸੀ, ਇਹ ਹੋ ਗਿਆ 100। ਇਹ ਕਿੰਨਾ ਬਣ ਗਿਆ ਸਾਡੇ ਕੋਲੇ, 1200। ਤਾਂ ਪਹਿਲੀ ਗੁਣਾ ਸਾਡੇ ਕੋਲੇ ਆ ਗਈ 1200। ਉਸ ਤੋਂ ਬਾਅਦ ਅਸੀਂ 30 ਤੇ 40 ਦੀ ਗੁਣਾ ਕਰਨੀ ਹੈ। 30 ਤੇ 40 ਦੀ ਦੇਖੋ ਗੁਣਾ ਕਰਨੀ ਹੈ, ਸਾਨੂੰ ਜੀਰਮਾਂ ਦੀ ਗੁਣਾ ਕਰਨ ਦੀ ਲੋੜ ਨਹੀਂ, 3 ਤੇ 4 ਦੀ ਗੁਣਾ ਕਰ ਲਓ, 3 ਚੌਕੇ 12 ਔਰ ਜਿਹੜੀਆਂ ਦੋ ਜੀਰਮਾਂ ਇਹ ਨਾਲ ਲਗਾ ਲਓ, ਇਸ ਤਰ੍ਹਾਂ ਈਜੀ ਹੋ ਜਾਊਗਾ। ਇਹ ਕਿੰਨਾ ਹੋਗਾ ਸਾਡੇ ਕੋਲੇ 1200। ਦੇਖੋ ਦੋਨੋਂ ਗੁਣਨਫਲ ਬਰਾਬਰ ਆਏ। ਪਹਿਲਾ ਗੁਣਨਫਲ ਅੰਤ ਪਦਾਂ ਦਾ ਗੁਣਨਫਲ ਕਿੰਨਾ ਆਇਆ ਸਾਡੇ ਕੋਲੇ 1200, ਮੱਧ ਪਦਾਂ ਦਾ ਗੁਣਨਫਲ ਕਿੰਨਾ ਆਇਆ ਸਾਡੇ ਕੋਲੇ 1200। ਦੋਨੋਂ ਗੁਣਨਫਲ ਸਾਡੇ ਕੋਲੇ ਕੀ ਆਏ ਹੈਗੇ, ਬਰਾਬਰ ਆਏ ਹੈ। ਇਸ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਇਸ ਤੋਂ ਅੰਤ ਪਦਾਂ ਦਾ ਗੁਣਨਫਲ ਔਰ ਮੱਧ ਪਦਾਂ ਦਾ ਗੁਣਨਫਲ ਕੀ ਹੈ, ਬਰਾਬਰ ਹੈ। ਅੰਤ ਪਦਾਂ ਦਾ ਗੁਣਨਫਲ बराबर है मध्य पदां दा गुणनफल। ठीक है, अंत पदां दा गुणनफल और मध्य पदां दा गुणनफल साडे कोले बराबर आ गया, दोनों 1200 1200 आए। इस करके असीं कह सकते हैं जिहड़े दोनों अनुपात सी 25 अनुपात 30 अते दूसरा अनुपात साडे कोले सी
40 अनुपात 48 समान अनुपात विच हन। इस तरीके नाल असीं ਇਹ चेक कर सकते हैं कि ਕਿਹੜਾ अनुपात समान अनुपात विच है, ਕਿਹੜਾ समान अनुपात विच नहीं है। जेकर ये दोनों गुणनफल बराबर ना होंदे, मान लो एक की वैल्यू 900 आ जाती, दूसरे की आ जाती 800, मतलब दोनों बराबर नहीं है, हम तो दोनों इक्को जिक्की गुणा आई है 1200 1200। जे बराबर ना होंदी, मान लो अलग अलग आ जाती, एक गुणा 800 आ जाती, एक 900 आ जाती, तो इसका मतलब ये सी कि दोनों गुणनफल बराबर नहीं है, इस करके दोनों अनुपात समान अनुपात नहीं है। ਹੁਣ ਇੱਕ ਐਗਜ਼ਾਮਪਲ ਆਪਾਂ ਇਹ ਜੀ ਲੈਂਦੇ ਹਾਂ ਜਿਹਦੇ ਵਿੱਚ ਇਹ ਬਰਾबर नहीं ਆਉਂਦੇ, ਤਾਂ ਉਸ ਤੋਂ ਸਾਨੂੰ ਪਤਾ ਲੱਗ ਜੂ ਕਿ ਸਮਾਨ अनुपात है ਜਾਂ नहीं है। ठीक है, ਇੱਕ ਐਗਜ਼ਾਮਪਲ ਆਪਾਂ ਹੋਰ ਕਰਦੇ ਹਾਂ ਇਸ ਦੀ। ਹੁਣੇ ਆਪਾਂ ਇੱਕ ਜਿਹੜਾ अनुपात ਬਾਰੇ ਕੁਐਸਚਨ ਕੀਤਾ ਸੀ, ਉਸ ਦੇ ਵਿੱਚ ਕੀ ਦੇਖੋ ਅਸੀਂ ਪੜ੍ਹਿਆ ਸੀ 25 अनुपात 30 और 40 अनुपात 48 ਇਹ ਦੋਨੋਂ ਬਰਾਬਰ अनुपात ਆਏ ਸੀ, ਕਿਉਂਕਿ ਅੰਤ ਪਦਾਂ ਦਾ ਗੁਣਨਫਲ ਤੇ ਮੱਧ ਪਦਾਂ ਦਾ ਜਿਹੜਾ ਗੁਣਨਫਲ ਹੈ ਉਹ ਕੀ ਆਇਆ ਸਾਡੇ ਕੋਲ ਬਰਾਬਰ ਆਇਆ ਸੀ, ਦੋਨੋਂ 1200 1200 ਆਏ ਸੀ। ਆਪਾਂ ਵੈਸੇ ਵੀ ਇਹ ਚੈੱਕ ਕਰੀਏ, ਦੇਖੋ ਵੀ ਬਰਾਬਰ ਹੁੰਦੇ ਆ 25 अनुपात 30 ਸੀ, 25/30 ਲਿਖਿਆ, ਇਹਨੂੰ ਲਿਖ ਸਕਦੇ 5 ਗੁਣਾ 5 25 ਹੁੰਦਾ ਬੱਚਿਓ, 30 ਨੂੰ ਲਿਖ ਸਕਦੇ 5 ਗੁਣਾ 6 5 का 30 ਹੁੰਦਾ, 5 ਨਾਲ 5 ਕੱਟਿਆ ਗਿਆ, ਇਹ ਜਿਹੜਾ ਸਾਰਾ अनुपात ਸੀ ਇਹ 5/6 ਦੇ ਬਰਾਬਰ ਆ ਗਿਆ। ਇਸੇ ਤਰ੍ਹਾਂ 40 अनुपात 48 ਇਹਨੂੰ ਲਿਖ ਸਕਦੇ, ਦੇਖੋ 8 ਦਾ ਪੜਾ ਪੜੀਏ 8 5 40 8 ਨੂੰ 6 48, 8 ਨਾਲ 8 ਕੱਟਿਆ ਗਿਆ, ਇਹ ਆ ਗਿਆ 5/6। ਤਾਂ ਦੇਖੋ ਪਹਿਲਾ ਜਿਹੜਾ अनुपात ਸੀ ਉਹ 5/6 ਦੇ ਬਰਾबर है, दूसरा ਜਿਹੜਾ अनुपात ਸੀ ਉਹ ਵੀ 5/6 ਦੇ ਬਰਾबर है, यानी दोनों अनुपात ਇੱਕੋ अनुपात ਦੇ ਬਰਾबर है। ਇਸ ਕਰਕੇ ਦੋਨੋਂ ਕਿਸ ਦੇ ਵਿੱਚ ਹੈ, ਸਮਾਨ अनुपात ਦੇ ਵਿੱਚ ਹਨ, ਕਿਉਂਕਿ ਅਸੀਂ ਪੜਿਆ ਹੋਇਆ ਹੈ ਜੇਕਰ ਦੋ अनुपात ਇੱਕ ਸਮਾਨ ਹਨ ਤਾਂ ਇਹ ਸਮਾਨ अनुपात ਵਿੱਚ ਹਨ। ਇਹਨਾਂ ਦੋਨਾਂ अनुपातां ਦੀ ਜਿਹੜੀ ਵੈਲਿਊ ਹੈ, ਮੁੱਲ ਹੈ, ਉਹ ਇੱਕੋ ਜਿਹਾ ਆ ਗਿਆ 5/6 5/6, ਇਸ ਕਰਕੇ ਸਮਾਨ। ਇੱਕ ਤਰੀਕਾ ਆਪਾਂ ਇਹ ਪੜਿਆ ਸੀ ਵੀ ਇਹ ਆਪਾਂ ਇਸ ਤਰੀਕੇ ਨਾਲ ਕੱਟ ਕੇ ਨਹੀਂ ਦੇਖਣਾ, ਅਸੀਂ ਡਾਇਰੈਕਟ ਵੀ ਪਤਾ ਕਰ ਸਕਦੇ ਹਾਂ ਵੀ ਜਿਹੜੇ ਦੋਨੋਂ अनुपात ਹੈ ਉਹ ਸਮਾਨ अनुपात ਦੇ ਵਿੱਚ ਹਨ ਜਾਂ ਨਹੀਂ ਹਨ। ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, ਇਸ ਰੂਲ ਦਾ ਅਸੀਂ ਸਹਾਰਾ ਲੈਣਾ ਹੈ। ਕਿਵੇਂ, ਪਹਿਲਾਂ ਅੰਤ ਪਦਾਂ ਦੀ ਗੁਣਾ ਕਰ ਲੈਣੀ ਹੈ, ਉਸ ਤੋਂ ਬਾਅਦ ਮੱਧ ਪਦਾਂ ਦੀ ਗੁਣਾ ਕਰ ਲੈਣੀ है। पहले दी ते लास्टवें दी, दूसरे पे तीसरे दी दर्जा रखनी है। पहले पे लास्टवें दी गुणा करनी है, दूसरे पे तीसरे दी गुणा करनी है। जे दोनों बराबर आ जाते हैं, जे दोनों बराबर आ जाते हैं तो समान अनुपात विच हन, ते जे नहीं होंगे तो समान अनुपात विच नहीं हन। एक आपां एग्जांपल करनी सी जिहदे विच मैं तुहानूं कहा सी आपां एक इहो जी एग्जांपल लैणे है ਜਿਹੜੇ समान अनुपात विच नहीं हैं। देखो सानू पता है जे असीं पहला अनुपात लिख लईए एक 2/9 और एक अनुपात असीं उल्ट कर दिंदे हैं 9/2 या कोई होर लिख लो जिहड़ा तुहानूं लगे 3/5 देगा 3/5। देखो 2/9 3/5 के बराबर नहीं हैगा, सानू पता है जिवें 5/6 ते 5/6 का बराबर सी, ये कट्टे भी नहीं जाते। देखो 2 9 ते नहीं कट्टिया जाता, 3 5 ते नहीं कट्टिया जाता, इस तो बाद कट्टे नहीं जाते, शॉर्ट फॉर्म दे विच ही है। जे हुण मान लो पहले नूं असीं लिखीए 2/9 पहली राशि नूं, दूसरे नूं असीं लिखीए 3/5। ठीक है, पहला जिहड़ा अनुपात साडे कोले 2/9 सी, दूसरा साडा सी 3/5। ਤਾਂ ਅਸੀਂ देखिए पहले ते लास्ट में जे ਅਸੀਂ गुणा करदे हां अंत पदां दा गुणनफल, अंत पदां दा गुणनफल जे ਅਸੀਂ ਕਰਦੇ ਹਾਂ देखो कितना ਹੁੰਦਾ ਉਹ 2 ਦੇ 5 ਦੀ ਗੁਣਾ 2 5 10। ਇਸੇ ਤਰ੍ਹਾਂ ਅਸੀਂ ਕਰਦੇ ਹਾਂ ਮੱਧ ਪਦਾਂ ਦਾ ਗੁਣਨਫਲ, ਜੇ ਅਸੀਂ ਵਿਚਕਾਰਲਿਆਂ ਦੀ ਗੁਣਾ ਕਰਦੇ ਹਾਂ ਜਿਹੜੇ ਵਿਚਾਲੇ ਹੈ ਕਿਹੜੇ ਕਿਹੜੇ ਹੈ 9 ਤੇ 3, ये कितना आ गया 27। देखो दोनों सानू पता सी भी दोनों अनुपात है जो बराबर नहीं है, देखो उन्हां दी गुणा भी बराबर नहीं आई। अंत पदां दी गुणा साडे कोले 10 आई और मध्य पदां दी गुणा साडे कोले कितनी आई 27 आई, ये दोनों बराबर नहीं है। इस तो सानू पता लग गया भी ये जेडे दो अनुपात सी 2/9 और 3/5 ये आपस विच बराबर नहीं है, मतलब ये समान अनुपात विच नहीं है। इसको ਅਸੀਂ बराबर नहीं कह सकते, इस करके इस बराबर ਨੂੰ ਸਾਨੂੰ ਕੀ ਪਿਆ ਕੱਟਣਾ ਪਿਆ। इसको ਅਸੀਂ ਪੜਾਂਗੇ 2/9 3/5 ਦੇ ਬਰਾबर नहीं है, इस करके दोनों अनुपात समान अनुपात ਦੇ ਵਿੱਚ नहीं ਹਨ।
ਸਮਾਨ ਅਨੁਪਾਤ ਦੇ ਵਿੱਚ ਉਹੀ ਦੋ ਰਾਸ਼ੀਆਂ ਹੋਣਗੀਆਂ ਜਿਹੜਿਆਂ ਦਾ ਅਨੁਪਾਤ ਇੱਕ ਸਮਾਨ ਹੋਵੇਗਾ, ਉਹੀ ਦੋ ਅਨੁਪਾਤ ਸਮਾਨ ਅਨੁਪਾਤ ਹੋਣਗੇ ਜਿਹੜੇ ਦਾ ਮਤਲਬ ਇੱਕ ਸਮਾਨ ਹੋਏਗਾ। ਤੇ ਇੱਕ ਇਹ ਸਾਡਾ ਜਿਹੜਾ ਰੂਲ ਹੈ, ਇਹਨੂੰ ਤੁਸੀਂ ਧਿਆਨ ਰੱਖਣਾ ਬੱਚਿਓ। ਕਿਹੜਾ ਰੂਲ ਹੈ ਸਾਡੇ ਕੋਲੇ ਕਿ ਜਦੋਂ ਵੀ ਚਾਰ ਰਾਸ਼ੀਆਂ ਨੂੰ ਜਾਂ ਦੋ ਅਨੁਪਾਤਾਂ ਨੂੰ ਅਸੀਂ ਦੇਖਣਾ ਹੈ ਵੀ ਉਹ ਸਮਾਨ ਅਨੁਪਾਤ ਵਿੱਚ ਹਨ ਜਾਂ ਨਹੀਂ, ਤਾਂ ਅਸੀਂ ਕੀ ਕਰਨਾ ਹੈ, ਅੰਤ ਪਰਾਂ ਦਾ ਗੁਣਨਫਲ ਕਰਨਾ ਹੈ, ਫਿਰ ਮੱਧ ਪਰਾਂ ਦਾ ਗੁਣਨਫਲ ਕਰਨਾ ਹੈ। ਜੇ ਦੋਨੋਂ ਗੁਣਨਫਲ ਬਰਾਬਰ ਆਉਂਦੇ ਹਨ ਤਾਂ ਅਸੀਂ ਕਹਿਣਾ ਹੈ ਵੀ ਚਾਰੋਂ ਰਾਸ਼ੀਆਂ ਸਮਾਨ ਅਨੁਪਾਤ ਵਿੱਚ ਹਨ। ਜੇ ਉਹ ਬਰਾਬਰ ਨਹੀਂ ਆਉਂਦੇ ਤਾਂ ਅਸੀਂ ਕਹਿਣਾ ਹੈ ਵੀ ਚਾਰੋਂ ਰਾਸ਼ੀਆਂ ਸਮਾਨ ਅਨੁਪਾਤ ਵਿੱਚ ਨਹੀਂ ਹਨ। ਆਓ ਇਹਦੀਆਂ ਆਪਾਂ ਦੋ ਚਾਰ ਹੋਰ ਉਦਾਹਰਨਾਂ ਕਰੀਏ ਤਾਂ ਕਿ ਆਪਾਂ ਨੂੰ ਇਸ ਬਾਰੇ ਪੂਰਾ ਵਧੀਆ ਪਤਾ ਲੱਗ ਸਕੇ, ਕੋਈ ਕੁਐਸਚਨ ਆਪਣਾ ਮਿਸ ਨਾ ਹੋਵੇ। ਸਾਡਾ ਜਿਹੜਾ ਅਗਲਾ ਕੁਐਸਚਨ ਹੈ ਉਹ ਹੈ ਵੀ ਦੱਸੋ ਕਿ 30 40 45 60 ਸਮਾਨ ਅਨੁਪਾਤ ਵਿੱਚ ਹਨ ਜਾਂ ਨਹੀਂ। ਤਾਂ ਸਾਡੇ ਕੋਲੇ ਚਾਰ ਰਾਸ਼ੀਆਂ ਦਿੱਤੀਆਂ ਹੋਈਆਂ, ਦੇਖੋ ਪਹਿਲੀ, ਦੂਸਰੀ, ਤੀਸਰੀ ਔਰ ਚੌਥੀ। ਸਾਨੂੰ ਪੁੱਛਿਆ ਹੋਇਆ ਹੈ ਦੱਸੋ ਵੀ ਇਹ ਚਾਰੋਂ ਜਿਹੜੇ ਸਾਡੇ ਕੋਲੇ ਸੰਖਿਆਵਾਂ ਹੈ ਇਹ ਸਮਾਨ ਅਨੁਪਾਤ ਬਣਾਉਂਦੀਆਂ ਜਾਂ ਨਹੀਂ ਬਣਾਉਂਦੀਆਂ। ਮਤਲਬ ਪਹਿਲੀ ਦੋ ਦਾ ਜਿਹੜਾ ਅਨੁਪਾਤ ਬਣਦਾ ਹੈ ਔਰ ਦੂਸਰੀਆਂ ਦੋ ਦਾ ਜਿਹੜਾ ਲਾਸਟ ਵਾਲੀਆਂ ਦਾ ਅਨੁਪਾਤ ਬਣਦਾ ਉਹ ਬਰਾਬਰ ਹੈ ਜਾਂ ਨਹੀਂ ਹੈ। ਤਾਂ ਅਸੀਂ ਆਪਣਾ ਜਿਹੜਾ ਰੂਲ ਹੈ ਉਹਦੇ ਨਾਲ ਹੀ ਦੇਖਣਾ ਇਹਨੂੰ। ਕੀ ਕਰਨਾ, ਸਭ ਤੋਂ ਪਹਿਲਾਂ ਅੰਤ ਪਰਾਂ ਦਾ ਗੁਣਨਫਲ। ਪਹਿਲਾਂ ਅਸੀਂ ਇਹ ਪਤਾ ਕਰਨਾ ਹੈ ਵੀ ਇਹ ਜਿਹੜਾ ਗੁਣਨਫਲ ਹੈ ਸਾਡੇ ਕੋਲੇ ਕਿੰਨਾ ਆਊਗਾ ਲਾਸਟ ਵਾਲਿਆਂ ਦਾ, ਮਤਲਬ 30 ਔਰ 60 ਦਾ। ਅਸੀਂ 30 ਤੇ 60 ਦੀ ਗੁਣਾ ਕਰਨੀ ਹੈ, 30 ਤੇ 60 ਦੀ ਗੁਣਾ ਕਰਨੀ ਹੈ, ਕਿੰਨੀ ਆਊਗੀ 30 ਦੀ ਦੇਖੋ ਗੁਣਾ ਕਰਨੀ ਹੈ ਅਸੀਂ 60 ਨਾਲ ਬੱਚਿਓ। ਤੁਸੀਂ ਇਹ ਸਾਈਡ ਤੇ ਵੀ ਕਰਕੇ ਦੇਖ ਸਕਦੇ ਹੋ। ਦੇਖੋ ਪਹਿਲਾਂ ਜ਼ੀਰੋਆਂ ਦੀ ਗੁਣਾ ਕਰਨ ਦੀ ਲੋੜ ਨਹੀਂ, 6 ਤੇ 3 ਦੀ ਕਰ ਲਓ 18। ਜੇ ਦੋ ਜ਼ੀਰੋਆਂ ਜਿਹੜੀਆਂ ਅੰਤ ਵਾਲੀਆਂ ਹੁੰਦੀਆਂ ਉਹਨੂੰ ਨਾਲ ਹੀ ਲਗਾ ਲਿਆ ਕਰੋ, ਆਸਾਨ ਗੁਣਾ ਹੋ ਜਾਂਦੀ ਹੈ। ਬਸ 3 ਤੇ 6 ਦੀ ਗੁਣਾ ਕੀਤੀ, 3 ਛਿੱਕੇ 18, ਔਰ ਜਿਹੜੀਆਂ ਇਹ ਦੋ ਜ਼ੀਰੋ ਲਾਸਟ ਤੇ ਸੀ ਇਹ ਨਾਲ ਲੱਗ ਜਾਂਦੇ। ਜੇ ਤੁਸੀਂ ਵੱਖਰੀ ਗੁਣਾ ਕਰਕੇ ਦੇਖਣੀ ਹੈ, ਲਾਸਟ ਸਾਰੀ ਗੁਣਾ ਕਰਨੀ ਹੈ, ਸਾਰੀ ਕਰ ਸਕਦੇ ਹੋ ਜਿਵੇਂ ਆਪਾਂ ਕਰਦੇ ਹੁੰਦੇ ਹਾਂ। ਦੇਖੋ ਜ਼ੀਰੋ ਦੀ ਪਹਿਲਾਂ ਗੁਣਾ ਕਰਾਂਗੇ ਦੋਨਾਂ ਨਾਲ 0, ਫਿਰ 6 ਦੀ ਗੁਣਾ ਕਰਾਂਗੇ 6 ਗੁਣਾ 0 0, 6 18, ਤਾਂ ਇਹ ਆ ਗਿਆ 0 0 18। ਇਸ ਤਰੀਕੇ ਨਾਲ ਵੀ ਅਸੀਂ ਕਰ ਸਕਦੇ ਹਾਂ, ਸਾਰੀ ਗੁਣਾ ਵੀ ਕਰ ਸਕਦੇ ਹਾਂ, ਸ਼ਾਰਟ ਵੀ ਕਰ ਸਕਦੇ ਹਾਂ, ਜਿਵੇਂ ਤੁਹਾਨੂੰ ਸੌਖਾ ਲੱਗਦਾ ਉਵੇਂ ਤੁਸੀਂ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਮੱਧ ਪਰਾਂ ਦਾ ਗੁਣਨਫਲ। ਜਿਹੜੇ ਵਿਚਕਾਰਲੇ ਦੋ ਅੰਕ ਹੈ, ਵਿਚਾਲੇ ਦੋ ਸੰਖਿਆਵਾਂ ਉਹਨਾਂ ਦੀ ਗੁਣਾ ਕਰਨੀ ਹੈ। ਕਿਹੜੀਆਂ ਦੀ, ਦੂਸਰੀ ਔਰ ਤੀਸਰੀ ਦੀ, 45 ਦੀ। ਪਹਿਲਾਂ ਆਪਾਂ ਕਿਹਦੀ ਕੀਤੀ ਸੀ, ਲਾਸਟ ਵਾਲੇ ਦੀ। ਹੁਣ ਕਿਹੜੀ ਕਰ ਰਹੇ ਹਾਂ, ਵਿਚਾਲੇ ਵਾਲੇ ਦੀ, 40 ਔਰ 45 ਦੀ। ਇਹ ਕਿੰਨੀ ਗੁਣਾ ਆਊਗੀ 40 ਤੇ 45 ਦੀ, ਇਹਨਾਂ ਦੋਨਾਂ ਦੀ ਅਸੀਂ ਗੁਣਾ ਕਰਕੇ ਦੇਖਣੀ ਹੈ 40 ਤੇ 45 ਦੀ। ਇਹ ਵੀ ਸਾਡਾ ਰਫ ਕੰਮ ਹੈ, ਇਹਨੂੰ ਅਸੀਂ ਸਾਈਡ ਤੇ ਕਰਕੇ ਦੇਖ ਸਕਦੇ ਹਾਂ। 40 ਤੇ ਅਸੀਂ 45 ਦੀ ਦੇਖੋ ਗੁਣਾ ਕਰਦੇ ਹਾਂ, 40 ਗੁਣਾ 45, ਇਹ ਆ ਗਿਆ 5 0 0, 5 ਚੌਕਾ 20। ਹੁਣ 4 ਦੀ ਕਰਾਂਗੇ, 4 0 0, ਚੌਕੀ ਚੌਕੀ 16, ਇਹਨੂੰ ਜੋੜ ਦਾਂਗੇ, ਇਹ ਆ ਗਿਆ 1800। ਦੇਖੋ ਦੋਨੋਂ ਗੁਣਨਫਲ ਕੀ ਆਏ ਸਾਡੇ ਕੋਲੇ, ਬਰਾਬਰ ਆਏ ਹੈ, ਜਾਨੀ ਅੰਤ ਪਰਾਂ ਦਾ ਗੁਣਨਫਲ बराबर है मध्य परां दा गुणनफल। ठीक है बेटे, दोनों जो बराबर आ जाए, अंत वाले और मध्य वाले, इन्हां दा गुणनफल बराबर आ जाए तो जिहड़े चारों राशियां होंदियां 30 40 45 60 समान अनुपात विच हन, समान अनुपात विच हन। ठीक है बेटा, ध्यान रखना है, बस यही चीज आप चेक करके देखनी है, सानू पता लग जाता भी समान अनुपात है या नहीं है। तो अज आप समान अनुपात बारे पढ़िया। अनुपात वाला जिहड़ा तुसीं टॉपिक है ये पहले वाले लैक्चर दे विच पढ़ चुके हो। अज जिहड़ा असीं पढ़िया, अज सारा असीं समान अनुपात बारे ही पढ़िया, भी प्रोपोर्शन बारे पढ़िया। तो एक गल असीं ध्यान नाल देखी भी समान अनुपात दे विच की हुंदा है, जदों दो अनुपात इक्को जिहे मुੱਲ ਦੇ ਹੁੰਦੇ ਆ, मतलब उन्हां दी वैल्यू सेम हुंदी है, तो वो समान अनुपात विच हुंदे हन।
ਯਾਨੀ ਮੰਨ ਲਓ 2 ਅਨੁਪਾਤ ਆ ਸਾਡੇ ਕੋਲੇ, ਉਹਨੂੰ ਅਸੀਂ ਜਦੋਂ ਸ਼ਾਰਟ ਕਰਕੇ ਦੇਖਿਆ, ਕੱਟ ਕੇ ਲਿਖ ਕੇ ਦੇਖਿਆ, ਉਹਨਾਂ ਦਾ ਮੁੱਲ ਜਿਹੜਾ ਉਹ ਇੱਕੋ ਜਿਹਾ ਆਇਆ, ਤਾਂ ਅਸੀਂ ਕਹਿ ਦਿੰਦੇ ਹਾਂ 2 ਅਨੁਪਾਤ ਸਮਾਨ ਅਨੁਪਾਤ ਵਿੱਚ ਹਨ। ਇੱਕ ਆਪਾਂ ਨਵਾਂ ਰੂਲ ਬਣਾਇਆ, ਉਸ ਰੂਲ ਦੇ ਵਿੱਚ ਅਸੀਂ ਕੀ ਕੀਤਾ, ਅਸੀਂ ਜਦੋਂ ਵੀ 4 ਰਾਸ਼ੀਆਂ ਨੂੰ ਦੇਖਣਾ ਹੈ ਸਮਾਨ ਅਨੁਪਾਤ ਵਿੱਚ ਹੈਗੀਆਂ ਜਾਂ ਨਹੀਂ ਹੈਗੀਆਂ, ਤਾਂ ਅਸੀਂ ਕੀ ਕਰਦੇ, ਅੰਤ ਪਰਾਂ ਦਾ ਗੁਣਨਫਲ ਕਰਦੇ ਹਾਂ, ਮੱਧ ਪਰਾਂ ਦਾ ਗੁਣਨਫਲ ਕਰਦੇ ਹਾਂ। ਜੇ ਉਹ ਬਰਾਬਰ ਆ ਜਾਂਦਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਜਿਹੜੀਆਂ ਰਾਸ਼ੀਆਂ ਹੈ ਉਹ ਸਮਾਨ ਅਨੁਪਾਤ ਵਿੱਚ ਹਨ। ਤਾਂ ਇਹ ਜਿਹੜੇ ਆਪਾਂ ਕੁਐਸਚਨ ਪੜ੍ਹੇ ਅੱਜ ਐਕਸਰਸਾਈਜ਼ 12.2 ਦੇ ਨਾਲ ਸੰਬੰਧਿਤ ਹਨ। ਐਕਸਰਸਾਈਜ਼ 12.2 ਦੇ ਵਿੱਚ ਜਿੰਨੇ ਵੀ ਕੁਐਸਚਨ ਹੋਣਗੇ ਤੁਹਾਨੂੰ ਇਸੇ ਤਰ੍ਹਾਂ ਦੇ ਹੀ ਮਿਲਣਗੇ, ਜਿਨ੍ਹਾਂ ਨੂੰ ਤੁਸੀਂ ਇਸ ਦੀ ਮਦਦ ਨਾਲ ਕਰ ਸਕਦੇ ਹੋ। ਇਸ ਰੂਲ ਦੀ ਸਹਾਇਤਾ ਦੇ ਨਾਲ ਬਹੁਤ ਹੀ ਈਜ਼ੀਲੀ ਕਰ ਸਕਦੇ ਹੋ, ਬਹੁਤ ਸੌਖੇ ਕੁਐਸਚਨ ਹੈ, ਬਿਲਕੁਲ ਸੇਮ ਕੁਐਸਚਨ ਹੈ, ਤੁਸੀਂ ਕਰ ਸਕਦੇ ਹੋ। ਅਗਲਾ ਸਾਡਾ ਜਿਹੜਾ ਲੈਕਚਰ ਹੋਊਗਾ ਉਹ ਵੀ ਇਸੇ ਟੌਪਿਕ ਤੇ ਹੋਊਗਾ, 12.2 ਐਕਸਰਸਾਈਜ਼ ਨੂੰ ਅਸੀਂ ਸਮਝਾਵਾਂਗੇ ਤੁਹਾਨੂੰ। ਤਾਂ ਇਸ ਦੀ ਤੁਸੀਂ ਵੱਧ ਤੋਂ ਵੱਧ ਬੱਚਿਓ ਰਿਵੀਜ਼ਨ ਕਰਨੀ ਹੈ। ਆਪਾਂ ਜਿਹੜਾ ਇਹ ਟੌਪਿਕ ਅੱਜ ਪੜ੍ਹਿਆ ਇਸ ਦੇ ਬਾਰੇ ਧਿਆਨ ਨਾਲ ਕੁਐਸਚਨ ਨੂੰ ਤੁਸੀਂ ਸਮਝਣਾ ਹੈਗਾ, ਧਿਆਨ ਨਾਲ ਤੁਸੀਂ ਦੇਖਣਾ ਹੈ, ਕੁਐਸਚਨ ਨੂੰ ਪਹਿਲਾਂ ਰੀਡ ਕਰਨਾ, ਜਿਹੜਾ ਕੁਐਸਚਨ ਦੇ ਵਿੱਚ ਕਿਹਾ ਹੁੰਦਾ ਹੈ ਉਹਨੂੰ ਬਿਲਕੁਲ ਧਿਆਨ ਨਾਲ ਹੌਲੀ ਹੌਲੀ ਪੜ੍ਹਨਾ ਵੀ ਪੁੱਛਿਆ ਕੀ ਹੈ, ਅਸੀਂ ਕਰਨਾ ਕੀ ਹੈ। ਮੰਨ ਲਓ ਸਾਨੂੰ ਪੁੱਛਿਆ ਹੋਇਆ ਸਮਾਨ ਅਨੁਪਾਤ ਦੇ ਵਿੱਚ ਹਨ ਜਾਂ ਨਹੀਂ, ਅਸੀਂ ਕੰਮ ਹੋਰ ਮਤਲਬ ਜਿਹੜੀ ਚੀਜ਼ ਸਾਨੂੰ ਪੁੱਛੀ ਹੈ ਉਸ ਤੋਂ ਅਸੀਂ ਹਟ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਹਿਲਾਂ ਕੁਐਸਚਨ ਨੂੰ ਪੜ੍ਹੋ, ਸਾਨੂੰ ਪੁੱਛਿਆ ਕੀ ਹੈ ਉਸ ਦੇ ਉੱਪਰ ਵਰਕ ਕਰੋ। ਦੇਖੋ ਕੁਐਸਚਨ ਦੀ ਜਿਹੜੀ ਸੈਂਸ ਹੁੰਦੀ ਹੈ ਉਹਨੂੰ ਸਮਝਣਾ ਮੈਥ ਦੇ ਵਿੱਚ ਬਹੁਤ ਜ਼ਰੂਰੀ ਹੈ। ਜੇ ਸਾਨੂੰ ਪੁੱਛਿਆ ਕੀ ਹੈ, ਸਾਨੂੰ ਇਹ ਨਹੀਂ ਪਤਾ ਹੋਊਗਾ ਕਿ ਅਸੀਂ ਕਰਨਾ ਕੀ ਹੈ, ਤਾਂ ਅਸੀਂ ਕੁਐਸਚਨ ਨੂੰ ਸੋਲਵ ਨਹੀਂ ਕਰ ਸਕਦੇ। ਤਾਂ ਸਮਾਨ ਅਨੁਪਾਤ ਦੇ ਜਿੰਨੇ ਵੀ ਕੁਐਸਚਨ ਹੋਣਗੇ ਉਹਨਾਂ ਨੂੰ ਬੜੇ ਧਿਆਨ ਨਾਲ ਕਰਨਾ, ਮਲਟੀਪਲਾਈ ਨਾਲ ਹੀ ਤੁਸੀਂ ਚੈੱਕ ਕਰਨਾ ਹਮੇਸ਼ਾ। ਇਹ ਕੁਐਸਚਨ ਜਿਹੜਾ ਤੁਸੀਂ ਕੱਟ ਕੇ ਆਪਾਂ ਲਿਖਦੇ ਹਾਂ ਉਹ ਥੋੜਾ ਔਖਾ ਤਰੀਕਾ ਹੈ, ਜੋ ਉਸ ਤਰੀਕੇ ਨਾਲ ਵੀ ਅਸੀਂ ਕਰ ਸਕਦੇ ਹਾਂ, ਪਰ ਜਿਹੜਾ ਅਸੀਂ ਆਹ ਮੈਥਡ ਹੈ ਸਾਡਾ ਇਹ ਬਹੁਤ ਈਜ਼ੀ ਹੈ, ਇਸ ਨੂੰ ਤੁਸੀਂ ਫੋਲੋ ਕਰਨਾ ਹੈ। ਤਾਂ ਅੱਜ ਆਪਾਂ ਅਨੁਪਾਤ ਤੇ ਸਮਾਨ ਅਨੁਪਾਤ ਬਾਰੇ ਇਹ ਪੜ੍ਹਿਆ, ਇਸ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ। ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਦੀ ਜਿਹੜੀ ਆਪਣੀ ਸਾਈਟ, ਆਪਣੀ ਜਿਹੜੀ ਬੁੱਕ ਤੁਹਾਨੂੰ ਸਿਲੇਬਸ ਦੇ ਵਿੱਚ ਲੱਗੀ ਹੋਈ ਹੈ, ਉਹਦੇ ਵਿੱਚ 12ਵੇਂ ਅਧਿਆਏ ਦੇ ਵਿੱਚ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਦੇ ਮਿਲਣਗੇ, ਉਹਨਾਂ ਨੂੰ ਬੜੇ ਧਿਆਨ ਨਾਲ ਕਰਨਾ ਹੈ। ਆਸ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ। ਧੰਨਵਾਦ।